हाँ जी, नैक्सट ਆਪਾਂ ਨੇ ਕੰਸੈਪਟ ਕਰਨਾ ਹੈ ਰਿਟਰਨ ਟੂ ਸਕੇਲ, ਜਿਹਨੂੰ ਆਪਾਂ ਲੌਂਗ ਰਨ ਦਾ ਪ੍ਰੋਡਕਸ਼ਨ ਫੰਕਸ਼ਨ ਵੀ ਕਹਿ ਦਿੰਦੇ ਆ। ਠੀਕ ਹੈ, ਰਿਟਰਨ ਟੂ ਸਕੇਲ ਦੇ ਵਿੱਚ ਕੀ ਆ, ਪਹਿਲਾਂ ਆਪਾਂ ਕੀ ਕੀਤਾ ਸੀ, ਲਾ ਆਫ ਵੇਰੀਏਬਲ ਪ੍ਰੋਪੋਰਸ਼ਨ। ਠੀਕ ਹੈ, ਲਾ ਆਫ ਵੇਰੀਏਬਲ ਪ੍ਰੋਪੋਰਸ਼ਨ ਦੇ ਵਿੱਚ ਕੀ ਹੁੰਦਾ ਸੀ, ਕੁਝ ਫੈਕਟਰ ਸਾਡੇ ਕੋਲ ਫਿਕਸਡ ਹੁੰਦੇ ਸੀਗੇ ਤੇ ਕੁਝ ਵੇਰੀਏਬਲ ਹੁੰਦੇ ਸੀ। ਠੀਕ ਹੈ, ਆਪਾਂ ਜਸਟ ਵੇਰੀਏਬਲ ਫੈਕਟਰ ਜਿਹੜੇ ਉਹਨਾਂ ਵਿੱਚ ਚੇਂਜਸ ਕਰਕੇ ਆਪਣੀ ਜਿਹੜੀ ਆਊਟਪੁੱਟ ਹੈ ਉਹਨੂੰ ਇਨਕਰੀਜ਼ ਜਾਂ ਡਿਕਰੀਜ਼ ਕਰਦੇ ਸੀ। ਹੁਣ ਜਿਹੜਾ ਲਾ ਆਫ ਰਿਟਰਨ ਟੂ ਅ ਸਕੇਲ, ਇਹਦੇ ਵਿੱਚ ਕੀ ਹੁੰਦਾ, ਇਹ ਲੰਬੇ ਸਮੇਂ ਦਾ ਸਾਡੇ ਕੋਲ ਪ੍ਰੋਡਕਸ਼ਨ ਫੰਕਸ਼ਨ ਹੁੰਦਾ। ਲੰਬੇ ਸਮੇਂ ਦੇ ਵਿੱਚ ਕੀ ਹੁੰਦਾ, ਲੌਂਗ ਪੀਰੀਅਡ ਆ ਸਾਡੇ ਕੋਲ, ਜਿਹਦੇ ਕਰਕੇ ਸਾਰੇ ਸਾਧਨ ਸਾਡੇ ਕੋਲ ਜਿਹੜੇ ਉਹ ਕੀ ਆ, ਵੇਰੀਏਬਲ ਹੁੰਦੇ ਆ, ਕੁਝ ਵੀ ਜਿਹੜਾ ਫਿਕਸਡ ਨਹੀਂ ਹੁੰਦਾ। ਲੈਂਡ ਆ ਉਹਨੂੰ ਵੀ ਅਸੀਂ ਚੇਂਜ ਕਰ ਸਕਦੇ ਹਾਂ। ਠੀਕ ਆ, ਜ਼ਮੀਨ ਨਵੀਂ ਪਰਚੇਸ ਕਰ ਸਕਦੇ ਹਾਂ, ਖਰੀਦ ਸਕਦੇ ਹਾਂ, ਤੇ ਉਹਦੇ ਉੱਤੇ ਆਪਾਂ ਕੰਮ ਕਰ ਸਕਦੇ ਹਾਂ, ਤੇ ਲੇਬਰ ਜਿਹੜੇ ਉਹਨਾਂ ਨੂੰ ਵੀ ਅਸੀਂ ਚੇਂਜ ਜਿਹੜਾ ਕਰ ਸਕਦੇ ਹਾਂ। ਜਿਹਦੇ ਕਰਕੇ ਕੀ ਹੈ ਕਿ ਪੈਮਾਨੇ ਦੇ ਪ੍ਰਤੀਫਲ ਸਪਸ਼ਟ ਕਰਦੇ ਹਾਂ, ਜੇ ਉਤਪਾਦਨ ਦੇ ਸਾਰੇ ਸਾਧਨਾਂ ਦੀਆਂ ਇਕਾਈਆਂ ਨੂੰ ਇਕੱਠੇ ਵਧਾਇਆ ਜਾਵੇ ਤਾਂ ਕੁੱਲ ਉਤਪਾਦਨ ਤੇ ਇਸ ਦਾ ਕੀ ਪ੍ਰਭਾਵ ਪੈਂਦਾ ਹੈ। ਪੈਮਾਨੇ ਦੇ ਪ੍ਰਤੀਫਲ ਵਿੱਚ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਉਤਪਾਦਨ ਦੇ ਪੈਮਾਨੇ ਨੂੰ ਵਧਾਉਣ ਲਈ ਉਤਪਾਦਨ ਦੇ ਵੱਖਰੇ ਸਾਧਨਾਂ ਨੂੰ ਇੱਕ ਨਿਸ਼ਚਿਤ ਅਨੁਪਾਤ ਵਿੱਚ ਵਧਾਇਆ ਜਾ ਸਕਦਾ। ਮਤਲਬ ਕਿ ਅਸੀਂ ਉੱਥੇ ਇਹ ਦੇਖਣਾ ਆ ਕਿ ਅਸੀਂ ਕਿਸ ਪ੍ਰੋਪੋਰਸ਼ਨ ਦੇ ਵਿੱਚ ਚੇਂਜ ਕਰਦੇ ਹਾਂ। ਮੰਨ ਲਓ ਕਿ ਜੇਕਰ ਤੁਸੀਂ ਲੈਂਡ ਆ ਉਹਨੂੰ ਦੁੱਗਣੀ ਵਧਾਇਆ, ਠੀਕ ਹੈ, ਤਾਂ ਮਜ਼ਦੂਰ ਵੀ ਤੁਹਾਨੂੰ ਦੁੱਗਣੇ ਹੀ ਕਰਨੇ ਪੈਣਗੇ। ਸੇਮ ਪ੍ਰੋਪੋਰਸ਼ਨ ਦੇ ਵਿੱਚ ਕਹਿੰਦਾ ਅਸੀਂ ਚੇਂਜਸ ਕਰਦੇ ਹਾਂ ਤਾਂ ਸਾਨੂੰ ਉੱਥੇ ਪਤਾ ਲੱਗਦਾ ਹੈ ਕਿ ਸਾਡਾ ਉਤਪਾਦਨ ਜਿਹੜਾ ਆ ਉਹ ਕਿਸ ਅਨੁਪਾਤ ਦੇ ਵਿੱਚ ਵਾਧਾ ਜਿਹੜਾ ਹੋ ਰਿਹਾ ਉਹਦੇ ਵਿੱਚ। ਨੈਕਸਟ ਹੈ ਸਾਡੇ ਕੋਲ, ਇਹਦੇ ਵਿੱਚ ਸਾਨੂੰ ਤਿੰਨ ਤਰ੍ਹਾਂ ਦੇ ਟਰਨ ਪ੍ਰਾਪਤ ਹੁੰਦੇ, ਇਨਕਰੀਜ਼ ਰਿਟਰਨ ਟੂ ਸਕੇਲ, ਠੀਕ ਹੈ, ਕੌਨਸਟੈਂਟ ਰਿਟਰਨ ਟੂ ਸਕੇਲ ਐਂਡ ਦਾ ਡਿਕਰੀਜ਼ਿੰਗ ਰਿਟਰਨ ਟੂ ਅ ਸਕੇਲ। ਫਸਟ ਹੈ ਸਾਡੇ ਕੋਲ ਇਨਕਰੀਜ਼ਿੰਗ ਰਿਟਰਨ ਟੂ ਅ ਸਕੇਲ। ਇਨਕਰੀਜ਼ਿੰਗ ਮਤਲਬ ਕਿ ਪੈਮਾਨੇ ਦੇ ਵਾਧੇ ਪ੍ਰਤੀਫਲ। ਵਾਧੇ ਪ੍ਰਤੀਫਲ ਕਦੋਂ ਹੁੰਦੇ ਆ, ਕਹਿੰਦੇ ਕਿ ਜਿਸ ਅਨੁਪਾਤ ਵਿੱਚ ਆਪਾਂ ਸਾਧਨ ਨੂੰ ਬਦਲਦੇ ਹਾਂ ਸਾਡਾ ਉਤਪਾਦਨ ਉਸ ਤੋਂ ਜ਼ਿਆਦਾ ਮਾਤਰਾ ਦੇ ਵਿੱਚ ਜਿਹੜਾ ਚੇਂਜ ਹੋਵੇ। ਠੀਕ ਹੈ, ਮੰਨ ਲਓ ਤੁਸੀਂ ਉਤਪਾਦਨ ਦੇ ਸਾਧਨ ਦੁੱਗਣੇ ਵਧਾਏ, ਤੁਹਾਡਾ ਜਿਹੜੀ ਆਊਟਪੁੱਟ ਆ ਚੌਗਣੀ ਵੱਧ ਜਾਵੇ। ਠੀਕ ਹੈ, ਉਹ ਕੀ ਅਸੀਂ ਕਹਿੰਦੇ ਵਾਧੇ ਪ੍ਰਤੀਫਲ। ਠੀਕ ਹੈ, ਕਿ ਸਾਨੂੰ ਵੱਧ ਪ੍ਰਤੀਫਲ ਜਿਹੜੇ ਪ੍ਰਾਪਤ ਹੋ ਰਹੇ ਆ, ਜਿਹਦੇ ਕਰਕੇ ਇਹਨੂੰ ਅਸੀਂ ਜਿਹੜਾ ਆ ਡਰਾਮੈਟੀਕਲ ਦਿਖਾਉਂਦੇ ਆ। ਕਹਿੰਦਾ ਫਸਟ ਹੈਗਾ ਚੇਂਜ ਇਨ ਕੁਆਂਟੀਟੀ ਓਵਰ ਕੁਆਂਟੀਟੀ, ਮਤਲਬ ਕਿ ਪਹਿਲਾਂ ਆਊਟਪੁੱਟ ਕਿੰਨੀ ਸੀ ਤੇ ਉਹਦੇ ਵਿੱਚ ਚੇਂਜ ਕਿੰਨੇ ਦੀ ਆਈ, ਓਵਰ। ਚੇਂਜ ਇਨ ਲੈਮਡਾ ਓਵਰ ਲੈਮਡਾ, ਲੈਮਡਾ ਕੀ ਮਤਲਬ ਕਿ ਜੋ ਅਸੀਂ ਫੈਕਟਰ ਜਿਹੜੇ ਆ ਸਾਡੇ ਕੋਲ ਫੈਕਟਰ ਆਫ ਪ੍ਰੋਡਕਸ਼ਨ ਜਿਹੜੇ ਅਸੀਂ ਯੂਜ਼ ਕੀਤੇ ਆ ਉਹ ਲਗਾਉਂਦੇ ਪਏ। ਠੀਕ ਹੈ, ਜੇਕਰ ਇਹ ਇਕਾਈ ਤੋਂ ਵੱਧ ਆ ਦੈਟ ਮੀਨਸ ਕੀ ਆ ਕਿ ਤੁਹਾਨੂੰ ਜਿਹੜੇ ਪੈਮਾਨੇ ਦੇ ਵਾਧੇ ਪ੍ਰਤੀਫਲ ਮਿਲਦੇ ਆ। ਕੌਨਸਟੈਂਟ ਰਿਟਰਨ ਟੂ ਸਕੇਲ ਕੀ ਹੁੰਦੇ ਕਿ ਜਿਸ ਅਨੁਪਾਤ ਵਿੱਚ ਤੁਸੀਂ ਸਾਧਨ ਵਧਾਇਆ ਉਸੇ ਅਨੁਪਾਤ ਵਿੱਚ ਤੁਹਾਡਾ ਉਤਪਾਦਨ ਜਿਹੜਾ ਉਹ ਵੀ ਵਧੇ। ਮੰਨ ਲਓ ਤੁਸੀਂ ਸਾਧਨ ਜਿਹੜੇ ਦੁੱਗਣੇ ਕੀਤੇ ਸੀ, ਸਾਡੀ ਆਊਟਪੁੱਟ ਵੀ ਦੁੱਗਣੀ ਹੀ ਹੋਈ ਆ। ਠੀਕ ਹੈ, ਕਿ ਇਹ ਸੇਮ ਪ੍ਰਪੋਰਸ਼ਨ ਵਿੱਚ ਚੇਂਜ ਹੋਏ, ਜਿਹਦੇ ਕਰਕੇ ਅਸੀਂ ਇਹਨੂੰ ਕਹਿੰਦੇ ਆ ਕੌਨਸਟੈਂਟ ਰਿਟਰਨ ਟੂ ਸਕੇਲ। ਕਹਿੰਦੇ ਕਿ ਜਦੋਂ ਸਾਡਾ ਇਹ ਪ੍ਰਪੋਰਸ਼ਨ ਜਿਹੜਾ ਇਕਾਈ ਦੇ ਬਰਾਬਰ ਹੋਵੇ। ਉਸ ਤੋਂ ਬਾਅਦ ਆਉਂਦਾ ਡਿਕਰੀਜ਼ਿੰਗ ਰਿਟਰਨ ਟੂ ਅ ਸਕੇਲ। ਡਿਕਰੀਜ਼ਿੰਗ ਰਿਟਰਨ ਟੂ ਅ ਸਕੇਲ ਘਟਦੇ ਪ੍ਰਤੀਫਲ ਕਦੋਂ ਹੁੰਦੇ, ਕਿ ਕਹਿੰਦੇ ਕਿ ਜਿਸ ਅਨੁਪਾਤ ਦੇ ਵਿੱਚ ਅਸੀਂ ਉਤਪਾਦਨ ਦੇ ਸਾਧਨਾਂ ਨੂੰ ਪਰਿਵਰਤਨ ਕਰਦੇ ਹਾਂ ਕੁੱਲ ਉਤਪਾਦਨ ਉਸ ਤੋਂ ਘੱਟ ਅਨੁਪਾਤ ਦੇ ਵਿੱਚ ਜਿਹੜਾ ਆ ਤਬਦੀਲ ਹੁੰਦਾ ਆ। ਠੀਕ ਹੈ, ਤਾਂ ਅਸੀਂ ਜਿੱਦਾਂ ਮੰਨ ਲਓ ਕਿ ਜੇ ਅਸੀਂ ਕਹਿੰਦੇ ਕਿ ਚੌਗਣੇ ਅਸੀਂ ਜਿਹੜੇ ਆਊਟਪੁੱਟ ਚੌਗਣੇ ਜਿਹੜੇ ਅਸੀਂ ਫੈਕਟਰ ਆਫ ਪ੍ਰੋਡਕਸ਼ਨ ਜਿਹੜੇ ਇਨਕਰੀਜ਼ ਕਰ ਦਿੱਤੇ, 4 ਗੁਣਾ ਕਰਤੇ, ਬਟ ਜਿਹੜੀ ਸਾਡੀ ਆਊਟਪੁੱਟ ਆ ਸਿਰਫ 2 ਗੁਣੀ ਹੋਈ ਆ। ਠੀਕ ਹੈ, ਦੁੱਗਣੀ ਹੋਈ ਆ, ਉਸ ਤੋਂ ਜ਼ਿਆਦਾ ਇਨਕਰੀਜ਼ ਨਹੀਂ ਕਰ ਪਈ, ਘੱਟ ਪ੍ਰਤੀਫਲ ਪ੍ਰਾਪਤ ਹੋਏ, ਜਿਹਦੇ ਕਰਕੇ ਅਸੀਂ ਨੂੰ ਕਹਿੰਦੇ ਡਿਕਰੀਜ਼ ਇਨ ਰਿਟਰਨ ਟੂ ਅ ਸਕੇਲ। ਇੱਥੇ ਕੀ ਸਾਡੀ ਇਕਾਈ ਜਿਹੜੀ ਆ ਉਹ ਕੀ ਆ, ਕਹਿੰਦੇ ਕਿ ਚੇਂਜ ਇਨ ਕੁਆਂਟੀਟੀ ਓਵਰ ਕੁਆਂਟੀਟੀ ਐਂਡ ਚੇਂਜ ਇਨ ਲੈਮਡਾ ਓਵਰ ਲੈਮਡਾ ਇਕਾਈ ਤੋਂ ਘੱਟ ਹੁੰਦੀ ਹੈ। ਠੀਕ ਹੈ, ਇਹਦੇ ਅਕੋਰਡਿੰਗ ਜਿਹੜਾ ਟੇਬਲ ਦੇਖੋ ਨੈਕਸਟ ਸਾਨੂੰ ਦਿੱਤਾ ਹੋਇਆ ਆ। ਫਸਟ ਅਸੀਂ ਲੈ ਕੇ ਚੱਲਦੇ ਆ ਸਕੇਲ ਆਫ ਪ੍ਰੋਡਕਸ਼ਨ, ਮਤਲਬ ਕਿਸ ਸਕੇਲ ਦੇ ਉੱਤੇ ਅਸੀਂ ਚੇਂਜ ਕਰਦੇ ਹਾਂ। ਹੁਣ ਇਹਦੇ ਵਿੱਚ ਕੀ ਆ, ਲੈਂਡ ਵੀ ਫਿਕਸਡ ਨਹੀਂ ਆ ਔਰ ਲੇਬਰ ਵੀ ਫਿਕਸਡ ਨਹੀਂ ਆ। ਅਸੀਂ ਲੈਂਡ 2 ਏਕੜ ਲੈਂਡ ਦੇ ਉੱਪਰ ਜਿਹੜਾ ਇੱਕ ਮਜ਼ਦੂਰ ਲਗਾਇਆ। ਠੀਕ ਹੈ, ਅਸੀਂ ਕਹਿੰਦੇ ਕਿ ਸਾਡੀ ਆਊਟਪੁੱਟ ਹੋ ਗਈ 10 ਇਕਾਈਆਂ ਦੀ ਤੇ ਮਾਰਜਨਲ ਪ੍ਰੋਡਕਟਿਵਿਟੀ ਵੀ 10 ਦੀ ਹੈ। ਠੀਕ ਹੈ, ਹੁਣ ਕੀ ਕਰਤਾ ਅਸੀਂ ਜਿਹੜੀ ਆ ਲੈਂਡ ਉਹਨੂੰ ਦੁੱਗਣਾ ਕਰਤਾ, 2 ਤੋਂ 4 ਖੇਤ ਕਰਤੇ। ਹੁਣ ਲੈਂਡ ਦੁੱਗਣੀ ਕੀਤੀ, ਸਾਨੂੰ ਮਜ਼ਦੂਰ ਵੀ ਦੁੱਗਣੇ ਹੀ ਕਰਨੇ ਪੈਣਗੇ। ਪਹਿਲਾਂ ਇੱਕ ਮਜ਼ਦੂਰ ਸੀ ਫਿਰ 2 ਹੋ ਗਏ। ਠੀਕ ਹੈ, ਸੇਮ ਪ੍ਰਪੋਰਸ਼ਨ ਦੇ ਵਿੱਚ ਪਹਿਲਾਂ 1 ਸੀ ਫਿਰ ਅਸੀਂ 2 ਕਰ ਦਿੱਤੇ। ਠੀਕ ਹੈ, ਸੇਮ ਪ੍ਰਪੋਰਸ਼ਨ ਇੱਧਰੋਂ ਚੇਂਜ ਕਰਨਾ, ਸੇਮ ਪ੍ਰਪੋਰਸ਼ਨ ਇੱਧਰੋਂ ਆ। ਠੀਕ ਹੈ, ਹੁਣ ਕੀ ਹੋਇਆ, ਇਹਨਾਂ ਦਾ ਕੰਬੀਨੇਸ਼ਨ ਦੇ ਨਾਲ ਸਾਨੂੰ ਆਊਟਪੁੱਟ ਕਿੰਨੀ ਪ੍ਰੋਡਿਊਸ ਹੋਈ ਆ, 25 ਯੂਨਿਟ ਦੀ। ਠੀਕ ਹੈ, ਮਾਰਜਨਲ ਪ੍ਰੋਡਕਟਿਵਿਟੀ ਕਿੰਨੀ ਹੋ ਗਈ ਸਾਡੇ ਕੋਲ, 25 ਮਾਈਨਸ 10 15। ਉਸ ਤੋਂ ਬਾਅਦ ਫਿਰ ਅਸੀਂ ਜਿਹੜੇ ਲੈਂਡ ਜਿਹੜੇ ਨੂੰ ਸੇਮ ਪ੍ਰਪੋਰਸ਼ਨ ਵਿੱਚ ਚੇਂਜ ਕਰਤਾ, ਦੁੱਗਣੀ ਫਿਰ ਵੱਧ ਗਈ। ਠੀਕ ਹੈ, ਪਹਿਲਾਂ 2 ਤੋਂ 4 ਹੋਈ ਸੀ ਫਿਰ 2 ਦਾ ਹੀ ਵਾਧਾ ਹੋਇਆ, ਉਹ ਕੀ ਆ 6 ਹੋ ਗਏ। ਹੁਣ ਇੱਧਰ ਜਿੰਨੇ ਮਜ਼ਦੂਰੀ ਇਨਕਰੀਜ਼ ਕਰਦੇ, ਪਹਿਲਾਂ ਇੱਕ ਮਜ਼ਦੂਰੀ ਇਨਕਰੀਜ਼ ਕੀਤਾ ਸੀ ਫਿਰ ਅਸੀਂ ਇੱਕੋ ਹੀ ਮਜ਼ਦੂਰੀ ਇਨਕਰੀਜ਼ ਕਰਾਂਗੇ, 3 ਹੋ ਗਏ। ਠੀਕ ਹੈ, ਇਹਨਾਂ ਦੇ ਕੰਬੀਨੇਸ਼ਨ ਤੋਂ ਸਾਨੂੰ ਆਊਟਪੁੱਟ ਕਿੰਨੀ ਮਿਲੀ ਆ 45 ਦੀ, ਤੇ ਚੇਂਜ ਕਿੰਨੇ ਦਾ ਆਇਆ 45 ਮਾਈਨਸ 25 20 ਦਾ। ਐਜ਼ ਇਟ ਇਜ਼ ਤੁਸੀਂ ਲੈਂਡ ਨੂੰ ਇਨਕਰੀਜ਼ ਕਰਦੇ ਜਾਣਾ ਤੇ ਜਿਸ ਪ੍ਰਪੋਰਸ਼ਨ ਵਿੱਚ ਮਜ਼ਦੂਰ ਚੇਂਜ ਹੋਏ ਸੇਮ ਪ੍ਰਪੋਰਸ਼ਨ ਦੇ ਵਿੱਚ ਅਸੀਂ ਮਜ਼ਦੂਰ ਜਿਹੜੇ ਉਹ ਯੂਜ਼ ਕਰਦੇ ਲੈਂਡ ਚੇਂਜ ਕਰਦੇ ਜਾਣੇ ਆ। ਇਹਦੇ ਅਕੋਰਡਿੰਗ ਦੇਖੋ ਸਾਨੂੰ ਆਊਟਪੁੱਟ ਕਿੰਨੇ ਦੀ ਪ੍ਰਾਪਤ ਹੋ ਰਹੀ ਹੈ। ਠੀਕ ਹੈ, 95 120 140 155 165 172। ਠੀਕ ਹੈ, ਤਾਂ ਹੁਣ ਦੇਖੋ ਮਾਰਜਨਲ ਪ੍ਰੋਡਕਟਿਵਿਟੀ ਪਹਿਲਾਂ ਲਗਾਤਾਰ ਵੱਧਦੀ ਪਈ ਆ, ਫਿਰ ਕੀ ਹੋ ਗਈ ਕੌਨਸਟੈਂਟ ਹੋ ਗਈ। ਠੀਕ ਹੈ, ਉਸ ਤੋਂ ਬਾਅਦ ਕੀ ਹੋਇਆ, ਪਹਿਲਾਂ ਹੈਗੀ ਇਨਕਰੀਜ਼ ਇਨ ਰਿਟਰਨ ਟੂ ਸਕੇਲ ਮਿਲਦੀ ਹੈ, ਜਦੋਂ ਕੌਨਸਟੈਂਟ ਹੋ ਗਈ ਦੈਟ ਮੀਨਸ ਕੌਨਸਟੈਂਟ ਰਿਟਰਨ ਟੂ ਸਕੇਲ। ਉਸ ਤੋਂ ਬਾਅਦ ਕੀ ਹੋਇਆ 20 ਤੋਂ 15 10 7 ਘਟਣੀ, ਦੈਟ ਮੀਨਸ ਕੀ ਆ ਡਿਕਰੀਜ਼ ਇਨ ਰਿਟਰਨ ਟੂ ਅ ਸਕੇਲ, ਕਿ ਸਾਨੂੰ ਤਿੰਨੋਂ ਰਿਟਰਨਸ ਜਿਹੜੀਆਂ ਇੱਥੇ ਪ੍ਰਾਪਤ ਹੋ ਗਈਆਂ ਆ। ਇਨਕਰੀਜ਼ ਇਨ ਰਿਟਰਨ ਟੂ ਸਕੇਲ ਵੀ ਮਿਲਦਾ ਹੈ ਕਿ ਜਦੋਂ ਸਾਡੀ ਆਊਟਪੁੱਟ ਵੱਧਦੀ ਦਰ ਨਾਲ ਵੱਧਦੀ ਪਈ ਆ। ਠੀਕ ਆ, ਕੌਨਸਟੈਂਟ ਜਦੋਂ ਸਾਡੀ ਆਊਟਪੁੱਟ ਵੱਧਦੀ ਆ ਬਟ ਇੱਕ ਸਥਿਰ ਦਰ ਦੇ ਨਾਲ ਵੱਧਦੀ ਆ। ਉਸ ਤੋਂ ਬਾਅਦ ਕੀ ਹੋ ਗਿਆ ਡਿਕਰੀਜ਼ਿੰਗ, ਸਾਡੀ ਆਊਟਪੁੱਟ ਵੱਧਦੀ ਤਾਂ ਪਈ ਆ ਬਟ
ਘਟਦੀ ਦਰ ਦੇ ਨਾਲ ਵੱਧਦੀ ਪਈ, ਜੋ ਉਹਦੇ ਵਿੱਚ ਵਾਧਾ ਹੋ ਰਿਹਾ ਉਹ ਕੀ ਆ, ਘਟਦੀ ਦਰ ਦੇ ਨਾਲ ਹੋ ਰਿਹਾ ਆ, ਠੀਕ ਆ। ਇਹਦੇ ਅਕੋਰਡਿੰਗ ਜਿਹੜਾ ਅਸੀਂ ਡਾਇਗਰਾਮ ਬਣਾਵਾਂਗੇ, ਤੁਸੀਂ ਇਹ ਡਾਇਗਰਾਮ ਆ ਬਣਾਉਣਾ ਹੈ, ਠੀਕ ਹੈ। ਪਹਿਲਾਂ ਟੇਬਲ ਨੂੰ ਐਕਸਪਲੇਨ ਕਰਨਾ, ਉਸ ਤੋਂ ਬਾਅਦ ਡਾਇਗਰਾਮ ਆ ਸਾਡੀ, ਡਾਇਗਰਾਮ ਦੇ ਵਿੱਚ ਤੁਸੀਂ ਦੇਖ ਲੈਣਾ, ਠੀਕ ਆ। ਉਹ ਐਕਸ ਐਕਸਿਸ ਦੇ ਉੱਤੇ ਅਸੀਂ ਆਊਟਪੁੱਟ ਲੈ ਕੇ ਚੱਲਦੇ ਹਾਂ, ਤੇ ਉਹ ਵਾਈ ਦੇ ਉੱਤੇ ਜਿਹੜੇ ਸਾਡੇ ਕੋਲ ਟੋਟਲ ਜਾਂ ਮਾਰਜਿਨਲ ਤੁਸੀਂ ਲੈ ਸਕਦੇ ਆ, ਠੀਕ ਆ। ਹੁਣ ਦੇਖੋ ਪਹਿਲਾਂ ਇਨਕਰੀਜ਼ ਇਨ ਰਿਟਰਨ ਟੂ ਸਕੇਲ ਮਿਲਦੇ ਆ, ਫਿਰ ਕੌਂਸਟੈਂਟ ਹੋ ਗਿਆ ਸੀ, ਮਾਰਜਿਨਲ ਦੇ ਅਕੋਰਡਿੰਗ ਤੁਸੀਂ ਕਰਵ ਬਣਾਉਣਾ, ਠੀਕ ਆ। ਉਸ ਤੋਂ ਬਾਅਦ ਤੁਹਾਨੂੰ ਡਿਕਰੀਜ਼ ਇਨ ਰਿਟਰਨ ਟੂ ਸਕੇਲ ਜਿਹੜੇ ਮਿਲਦੇ ਪਏ ਆ। ਇਹ ਸਾਰੇ ਤਿੰਨੋਂ ਪ੍ਰਪੋਰਸ਼ਨ ਇਹਦੇ ਵਿੱਚ ਜਿਹੜੇ ਆ ਕਵਰ ਹੋ ਜਾਂਦੇ ਆ।